ਵਾਰ 14ਵੀਂ ਪੌੜੀ 20ਵੀਂ। ਧਰਤੀ ਬੀਓ ਬਿਜਾਏ ਸਹਿਸ ਫਲਾਇਆ, ਗੁਰ ਸਿੱਖ ਮੁਖ ਪਵਾਏ ਨਾ ਲੇਖ ਲਿਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਤੀ ਬੀਓ ਬਿਜਾਏ ਸਹਿਸ ਫਲਾਇਆ। ਭਾਈ ਗੁਰਦਾਸ ਜੀ ਇਸ 20ਵੀਂ ਪੌੜੀ ਦੇ ਵਿੱਚ ਜੋ ਅਖੀਰਲੀ ਪੌੜੀ ਹੈ ਵਾਰ 14ਵੀਂ ਦੀ, ਫਲ ਦੱਸਦੇ ਹਨ ਕਿ ਜੇ ਅਗਰ ਧਰਤੀ ਨੂੰ ਲੈ ਲਈਏ ਤੇ ਇੱਕ ਗੁਰਮੁਖ ਨੂੰ ਲੈ ਲਈਏ, ਜਦੋਂ ਆਪਾਂ ਧਰਤੀ ਨੂੰ ਕੁਝ ਦਿੰਦੇ ਹਾਂ ਤਾਂ ਉਹਦਾ ਕੀ ਫਲ ਪ੍ਰਾਪਤ ਹੁੰਦਾ ਹੈ, ਤੇ ਇੱਕ ਗੁਰਮੁਖ ਦੀ ਸੇਵਾ ਕੀਤਿਆਂ ਗੁਰਸਿੱਖ ਨੂੰ ਦਿੱਤਿਆਂ ਕੀ ਮਿਲਦਾ ਹੈ। ਇਹਨਾਂ ਦੋਨਾਂ ਦਾ ਵਿੱਚ ਇੱਕ ਜਿਹੜੀ ਹੈ ਕੰਪੈਰੀਜ਼ਨ ਜਿਹੜਾ ਦਿੰਦੇ ਹਨ। ਗੁਰਮੁਖ ਨੂੰ ਦੇਣ ਦਾ ਜੋ ਫਲ ਹੈ ਉਹ ਬਹੁਤ ਵੱਡਾ ਹੈ। ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਬੜੇ ਹੀ ਸੁੰਦਰ ਤਰੀਕੇ ਦੇ ਨਾਲ ਆਪਾਂ ਨੂੰ ਇਹ ਗੱਲ ਸਮਝਾਈ ਹੈ। ਧਰਤੀ ਬੀਓ ਬਿਜਾਏ। ਦੇਖੋ, ਧਰਤੀ ਵਿੱਚ ਜੇ ਅਗਰ ਆਪਾਂ ਕੋਈ ਬੀਜ ਬੀਜਦੇ ਹਾਂ, ਜਿਵੇਂ ਹਿਸਾਬ ਕਰ ਲਓ ਆਪਾਂ ਅੰਬ ਬੀਜਿਆ ਹੈ, ਅੰਬ ਦਾ ਇੱਕ ਬੀਜ ਲੈ ਕੇ ਬੀਜ ਦਿੱਤਾ, ਸਹਿਸ ਫਲਾਇਆ। ਦੇਖੋ ਫਿਰ ਜਦੋਂ ਉਹ ਅੰਬ ਦਾ ਬੀਜ ਫੁੱਟਦਾ ਹੈ, ਪੁੰਗਰਦਾ ਹੈ, ਉਸ ਦਾ ਦਰਖਤ ਬਣਦਾ ਹੈ, ਤਾਂ ਇੱਕ ਅੰਬ ਦੇ ਬੀਜ ਦੇ ਬਦਲੇ ਉਹ ਇੱਕ ਦਰਖਤ ਬਣ ਕੇ ਤੇ ਲੱਖਾਂ ਹੀ ਅੰਬ ਦਿੰਦਾ ਹੈ, ਤੇ ਉਹਦੇ ਵਿੱਚੋਂ ਲੱਖਾਂ ਹੀ ਬੀਜ ਹੋਰ ਹੁੰਦੇ ਨੇ। ਇੱਕ ਬੀਜ ਦੇ ਬਦਲੇ ਦੇਖੋ ਕਿੰਨੇ ਹਜ਼ਾਰ ਲੱਖਾਂ ਹੀ ਅੰਬ ਆਪਾਂ ਨੂੰ ਮਿਲਦੇ ਹਨ, ਕਿੰਨੇ ਲੰਮੇ ਸਮੇਂ ਤੱਕ ਉਹ ਫਲ ਦਿੰਦਾ ਹੈ। ਗੁਰਸਿੱਖ ਮੁਖ ਪਵਾਏ। ਦੇਖੋ, ਜੇ ਅਗਰ ਇੱਕ ਗੁਰਸਿੱਖ ਨੂੰ ਕੋਈ ਲੰਗਰ ਛਕਾਉਂਦਾ ਹੈ, ਉਹ ਗੁਰਸਿੱਖ ਨੂੰ ਕੋਈ ਜਿਹੜਾ ਹਨ ਗੁਰਸਿੱਖ ਦੇ ਮੂੰਹ ਦੇ ਵਿੱਚ ਅੰਨ ਪਾਉਂਦਾ ਹੈ, ਉਹਨੂੰ ਲੰਗਰ ਛਕਾਵੇ ਕੋਈ ਗੁਰਸਿੱਖ ਨੂੰ, ਨਾ ਲੇਖ ਲਿਖਾਇਆ। ਤਾਂ ਕਹਿੰਦੇ ਲੇਖ ਲਿਖਾਇਆ, ਕਹਿੰਦੇ ਉਹਦਾ ਲੇਖਾ ਹੀ ਨਹੀਂ ਕੀਤਾ ਜਾਂਦਾ। ਦੇਖੋ, ਜਿਹੜਾ ਫਲ ਇੱਕ ਅੰਬ ਨੂੰ, ਜਿਹੜਾ ਇੱਕ ਬੀਜ ਤੋਂ ਬਾਅਦ ਉਹਨੂੰ ਜਿੰਨੇ ਅੰਬ ਲੱਗੇ ਉਹ ਤਾਂ ਗਿਣੇ ਜਾ ਸਕਦੇ ਨੇ, ਕੋਈ ਗਿਣ ਲਵੇਗਾ ਵੀ ਕਿੰਨੇ ਕਿਨੂੰ ਅੰਬ ਲੱਗੇ ਨੇ, ਇੱਕ ਬੀਜ ਦੇ ਬਦਲੇ ਇਹਨੇ ਕਿੰਨੇ ਫਲ ਦਿੱਤੇ ਨੇ। ਪਰ ਜੇ ਅਗਰ ਕੋਈ ਗੁਰਸਿੱਖ ਨੂੰ ਦਿੰਦਾ ਹੈ ਤਾਂ ਜਿਹੜਾ ਲੇਖ ਲਿਖਾਇਆ ਉਹ ਜਿਹੜਾ ਹਨ ਲੇਖੇ ਤੋਂ ਹੀ ਪਰੇ ਹੈ, ਨਹੀਂ ਲਿਖਿਆ ਜਾਂਦਾ, ਨਹੀਂ ਗਿਣਤੀ ਕੀਤੀ ਜਾਂਦੀ। ਦੂਜਾ ਲੇਖ ਲਿਖਾਇਆ, ਉਹ ਚੰਗੇ ਲੇਖ ਲਿਖੇ ਜਾਂਦੇ ਨੇ, ਜਿਹੜੇ ਮਾੜੇ ਲੇਖ ਜਿਹੜੇ ਹਨ ਢਾਏ ਜਾਂਦੇ ਨੇ, ਮੁੱਕ ਜਾਂਦੇ ਨੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਮੌਲਵੀ ਆਉਂਦਾ ਹੈ, ਪੁੱਛਦਾ ਹੈ, ਪਾਤਸ਼ਾਹ ਤੁਹਾਨੂੰ ਮੱਥਾ ਟੇਕਦੀਆਂ ਨਹੀਂ ਸੰਗਤਾਂ, ਫਲ ਕੀ ਮਿਲਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸਮਝਾਉਣ ਵਾਸਤੇ ਆਪਣੀ ਸਟੈਂਪ ਮੰਗਵਾਈ। ਕਹਿੰਦੇ ਦੇਖੋ ਇਹ ਸਟੈਂਪ ਪਹਿਲਾਂ ਦਿਖਾਈ, ਕਹਿੰਦੇ ਪੜ੍ਹ ਇਹਦੇ ਤੇ ਕੀ ਲਿਖਿਆ। ਨਹੀਂ ਲਿਖਿਆ ਗਿਆ, ਕਾਗਜ਼ ਤੇ ਲਾ ਦਿੱਤਾ, ਉਹ ਅੱਖਰ ਸਿੱਧੇ ਹੋ ਗਏ, ਪੜ੍ਹਨ ਯੋਗ ਹੋ ਗਏ। ਮਹਾਰਾਜ ਕਹਿੰਦੇ ਅਸੀਂ ਸਿੱਖਾਂ ਦੇ ਲੇਖ ਜਦੋਂ ਮੱਥਾ ਟੇਕਦੇ ਨੇ ਉਹ ਪੁੱਠੇ ਲੇਖ ਅਸੀਂ ਸਿੱਧੇ ਕਰ ਦਿੰਦੇ ਹਾਂ। ਦੇਖੋ ਉਹ ਜਿਹੜਾ ਤਰੀਕਾ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਸਿੱਖ ਦੇ ਲੇਖ ਸਿੱਧੇ ਕਰ ਦਿੰਦੇ ਨੇ। ਇਸੇ ਪ੍ਰਕਾਰ ਜਿਵੇਂ ਇਹ ਜਿਹੜਾ ਪ੍ਰਾਲਬੱਧ ਆਪਾਂ ਲੈ ਕੇ ਆਏ ਹਾਂ, ਚੰਗੇ ਮੰਦੇ ਕਰਮ ਨੇ, ਪਰ ਜੇ ਅਗਰ ਆਪਣਾ ਜੀਵਨ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਤਾਂ ਉਹ ਮਾੜੇ ਕਰਮ ਵੀ ਚੰਗੇ ਹੋ ਕੇ ਨਿਭ ਜਾਂਦੇ ਹਨ। ਉਹ ਜਿਹੜਾ ਹਨ ਭੈੜੇ ਦੁੱਖ ਵਾਲੇ ਲੇਖ ਵੀ ਸੁੱਖ ਹੋ ਕੇ ਜਿਹੜਾ ਹਨ ਉਹ ਵੀ ਗੁਜ਼ਰ ਜਾਂਦੇ ਨੇ। ਸੋ ਕਹਿੰਦੇ ਲੇਖ ਲਿਖਿਆ, ਕਹਿੰਦਾ ਇਹ ਜਿਹੜਾ ਲੇਖ ਨਾ ਲੇਖ ਲਿਖਿਆ ਕੋਈ ਉਹਦਾ ਲੇਖਾ ਲਿਖ ਨਹੀਂ ਸਕਦਾ ਵੀ ਕਿੰਨਾ ਕੁ ਫਲ ਇੱਕ ਗੁਰਮੁਖ ਨੂੰ ਇੱਕ ਭੋਜਨ ਛਕਾਉਣ ਦਾ ਹੁੰਦਾ ਹੈ। ਕਿਉਂਕਿ ਗੁਰਮੁਖ ਦੀ ਸੇਵਾ ਜਿਹੜੀ ਹੈ ਇੱਕ ਜਨਮ ਨਹੀਂ ਲੱਖਾਂ ਜਨਮਾਂ ਦੇ ਪਾਪਾਂ ਨੂੰ ਮਿਟਾ ਦਿੰਦੀ ਹੈ। ਧਰਤੀ ਦੇ ਫਲਾਏ। ਦੇਖੋ ਧਰਤੀ ਦੇ ਫਲਾਏ, ਹੁਣ ਧਰਤੀ ਵਿੱਚ ਜਿਹੜਾ ਬੀਜ ਬੀਜਿਆ ਹੁੰਦਾ ਹੈ ਉਹ ਬੀਜ ਹੀ ਉਗਦਾ ਹੈ ਜਿਹੜਾ ਬੀਜ ਵਿੱਚ ਪਾਇਆ ਹੋਵੇ, ਜੋਈ ਫਲ ਪਾਇਆ ਸੇ ਉਹੀ ਫਲ ਮੁੜ ਕੇ ਮਿਲਦਾ ਹੈ। ਜੇ ਅੰਬ ਦਾ ਬੀਜ ਵਿੱਚ ਪਾਇਆ ਤਾਂ ਅੰਬ ਹੀ ਤਾਂ ਪ੍ਰਾਪਤ ਹੋਣੇ ਆ ਨਾ, ਜਿਹੜਾ ਬੀਜ ਆਪਾਂ ਵਿੱਚ ਪਾਵਾਂਗੇ ਉਹੀ ਉਗਦਾ ਹੈ। ਜੇ ਕਿਤੇ ਕੋਈ ਖਰਾਬ ਬੀਜ ਹੋਵੇ ਉਹ ਬੀਜਿਆ ਜਾਵੇ ਤਾਂ ਉਹ ਗਲ ਜਾਂਦਾ ਹੈ, ਉਹ ਅੱਗੇ ਉਗਦਾ ਹੀ ਕੋਈ ਨਹੀਂ ਹੈਗਾ। ਇਸ ਪ੍ਰਕਾਰ ਕਰਕੇ ਧਰਤੀ ਤਾਂ ਉਹੀ ਬੀਜ ਉਹੀ ਜਿਹੜਾ ਬੀਜ ਬੀਜਾਂਗੇ ਉਹੀ ਫਲ
ਦਿੰਦੀ ਹੈ। ਗੁਰ ਸਿੱਖ ਮੁਖ ਸਮਾਏ। ਦੇਖੋ, ਪਰ ਗੁਰਮੁਖ ਦੇ ਮੂੰਹ ਵਿੱਚ ਅੰਨ ਪਾਉਣ ਦੇ ਨਾਲ, ਗੁਰਸਿੱਖਾਂ ਦੀ ਸੇਵਾ ਕਰਨ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ? ਸਭ ਫਲ ਲਾਇਆ। ਸਾਰੇ ਫਲ ਮਿਲ ਜਾਂਦੇ ਹਨ। ਦੇਖੋ, ਧਰਤੀ ਤਾਂ ਉਹੀ ਬੀਜਦਾ, ਉਹੀ ਫਲ ਦਿੰਦੀ ਹੈ, ਪਰ ਗੁਰਸਿੱਖਾਂ ਨੂੰ ਲੰਗਰ ਛਕਾਇਆ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ। ਜਿਵੇਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਇੱਕ ਸਿੱਖ ਨੇ ਆ ਕੇ ਪੁੱਛਿਆ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਨ ਦਾ ਕੀ ਫਲ ਪ੍ਰਾਪਤ ਹੁੰਦਾ ਹੈ? ਜੇ ਜਿਹੜਾ ਹਨ ਲੰਗਰ ਤੋਰਨ ਦੇ ਨਾਲ, ਲੰਗਰਾਂ ਦੇ ਵਿੱਚ ਆਪਣੀ ਕਮਾਈ ਹੋਈ ਮਾਇਆ ਪਾਉਣ ਦੇ ਨਾਲ ਕੀ ਫਲ ਪ੍ਰਾਪਤ ਹੁੰਦਾ ਹੈ? ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਸਾਖੀ ਸੁਣਾਈ। ਕਹਿੰਦੇ ਇੱਕ ਗੁਰਸਿੱਖ ਗਰੀਬ ਹੋਇਆ ਕਰਦਾ ਸੀ, ਝੁੰਗੀ ਵਿੱਚ ਰਹਿੰਦਾ ਸੀ, ਹੱਟ ਦੇ ਵਿੱਚ। ਉਹ ਜਿਹੜਾ ਹੈ ਕੀ ਹੁੰਦਾ ਸੀ, ਇਹਦੇ ਘਰ ਦੇ ਲਾਗੇ ਇੱਕ ਦਰਖਤ ਸੀਗਾ। ਇਹਦੇ ਘਰ ਦੇ ਜਿਹੜਾ ਕੋਨੇ ਦੇ ਉੱਤੇ ਉਹਨਾਂ ਨੇ ਜਿਹੜਾ ਹਨ ਇੱਕ ਕਬੂਤਰ ਤੇ ਕਬੂਤਰੀ ਸੀਗੀ। ਉਹ ਆਪਣਾ ਆਲਣਾ ਬਣਾ ਕੇ ਉੱਥੇ ਰਿਹਾ ਕਰਦੇ ਸਨ। ਤੇ ਇਹ ਦੋਵੇਂ ਜਿਹੜੇ ਕਬੂਤਰ ਤੇ ਕਬੂਤਰੀ ਸੀਗੇ, ਕਹਿੰਦੇ ਇਹ ਪਿਛਲੇ ਜਨਮ 'ਚ ਸਿੱਖ ਸੀਗੇ। ਕੋਈ ਕਰਮ ਕਰਕੇ ਇਹਨਾਂ ਨੂੰ ਉਹ ਜਨਮ ਮਿਲ ਗਿਆ ਤੇ ਇਹਨਾਂ ਨੇ ਉਹ ਸਿੱਖ ਦੀ ਗਰੀਬੀ ਦੇਖੀ ਤੇ ਇਹ ਦੋਵੇਂ ਜਿਹੜੇ ਹਨ ਕਬੂਤਰ ਤੇ ਕਬੂਤਰੀ ਜਿਹੜੇ ਸਨ, ਪਿਛਲੇ ਜਨਮ 'ਚ ਸਿੱਖਾਂ ਦੇ ਵਿੱਚ ਸਿੱਖ ਹੋਣ ਕਰਕੇ ਇਹਨਾਂ ਨੂੰ ਗਿਆਨ ਸੀਗਾ। ਇਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ ਕਿਉਂ ਨਾ ਆਪਾਂ ਇਹ ਗੁਰਸਿੱਖ ਦਾ ਭਲਾ ਕਰੀਏ, ਜਿਹਦੇ ਘਰ ਵਿੱਚ ਆਪਾਂ ਆਲਣਾ ਬਣਾ ਕੇ ਰਹਿੰਦੇ ਹਾਂ, ਇਹਦਾ ਕੋਈ ਕੰਮ ਕਰੀਏ ਆਪਾਂ। ਤਾਂ ਕੀ ਹੋਇਆ, ਉਹ ਗੁਰਸਿੱਖ ਦੀ ਘਰਵਾਲੀ ਜਿਹੜੀ ਸੀ ਉਹ ਹਮੇਸ਼ਾ ਦਾਲਾਂ ਧੋ ਕੇ ਬਾਹਰ ਸਕਾਇਆ ਕਰਦੀ ਸੀ। ਇਹ ਕਬੂਤਰ ਤੇ ਕਬੂਤਰੀ ਨੇ ਕੀ ਕਰਨਾ, ਇੱਕ ਦੋ ਦਾਣੇ ਜਿਹੜੇ ਉਹਨਾਂ ਦੇ ਮੂੰਹ ਵਿੱਚ ਫੜੇ ਜਾਂਦੇ, ਉਹਨਾਂ ਨੇ ਚੁੱਕ ਕੇ ਲੈ ਜਾਣੇ ਤੇ ਜਿੱਥੇ ਲੰਗਰ ਚੱਲਦਾ ਸੀ ਨਾ ਗੁਰੂ ਦਾ, ਉੱਥੇ ਜਾ ਕੇ ਦਾਣੇ ਪਾ ਦੇਣੇ। ਸੋ ਕੀ ਹੋਇਆ, ਹਰ ਰੋਜ਼ ਉਹਨਾਂ ਨੇ ਐਸਾ ਕਰਨਾ। ਕਿਤੇ ਕਣਕ ਚੁੱਕ ਕੇ ਲੈ ਗਏ, ਕਿਤੇ ਕੋਈ ਦਾਲ ਲੈ ਗਏ। ਸੋ ਇਸ ਤਰ੍ਹਾਂ ਪਾਉਂਦੇ ਰਹੇ ਲੰਗਰਾਂ ਦੇ ਵਿੱਚ। ਤੇ ਕੀ ਹੋਇਆ, ਉਹ ਘਰ ਦੇ ਵਿੱਚ ਬਰਕਤ ਹੋਣ ਲੱਗ ਗਈ। ਸਿੱਖ ਦਾ ਕੰਮ ਬਣ ਗਿਆ, ਚੰਗਾ ਕਾਰਜ ਹੋ ਗਿਆ। ਮਾਇਆ ਬਹੁਤੀ ਉਹਦੇ ਘਰ ਵਿੱਚ ਆਉਣ ਲੱਗ ਪਈ, ਕਿਉਂਕਿ ਉਸ ਦੀ ਕਮਾਈ ਦੇ ਵਿੱਚੋਂ, ਅੰਨ ਦੇ ਵਿੱਚੋਂ ਲੰਗਰਾਂ ਵਾਸਤੇ ਕੁਝ ਜਾ ਰਿਹਾ ਸੀਗਾ, ਭੇਟਾ ਜਾ ਰਹੀ ਸੀ। ਸੋ ਇਹਦਾ ਫਲ ਉਹਨੂੰ ਕੀ ਮਿਲਿਆ, ਬਹੁਤ ਸਾਰੀ ਮਾਇਆ ਹੋਈ। ਉਹਨੇ ਆਪਣਾ ਘਰ ਵੱਡਾ ਬਣਾਉਣ ਵਾਸਤੇ ਉਹ ਕੀ ਕੀਤਾ, ਉਹ ਆਲਣਾ ਜਿਹੜਾ ਸੀ ਉਹ ਵੀ ਤੋੜ ਦਿੱਤਾ, ਵੱਡਾ ਘਰ ਬਣਾ ਲਿਆ ਤੇ ਆਲਣਾ ਨਾ ਰਿਹਾ ਉੱਥੇ। ਹੁਣ ਕੀ ਹੋਇਆ, ਗੁਰਸਿੱਖ ਧਨੀ ਤਾਂ ਬਣ ਗਿਆ, ਪਰ ਹੁਣ ਉਸ ਦਾ ਅੰਨ, ਉਸ ਦੀ ਕਮਾਈ ਗੁਰੂ ਘਰ ਦੇ ਲੰਗਰਾਂ ਵਿੱਚ ਜਾਣੀ ਹਟ ਗਈ। ਤਾਂ ਉਸ ਵੇਲੇ ਉਹਦੀ ਗਰੀਬੀ ਫੇਰ ਹੋਣ ਲੱਗ ਗਈ। ਫਿਰ ਉਹ ਗੁਰਸਿੱਖ ਚੱਲ ਕੇ ਆਇਆ ਗੁਰੂ ਹਰਿਰਾਏ ਸਾਹਿਬ ਜੀ ਕੋਲ। ਮਹਾਰਾਜ ਦੱਸੋ ਜੀ, ਮੇਰਾ ਇਹ ਕਿਉਂ ਹੋ ਗਿਆ? ਤੇ ਮਹਾਰਾਜ ਨੇ ਸਾਰੀ ਸਾਖੀ ਦੱਸੀ। ਦੇਖੋ, ਜਿਹੜਾ ਅੰਨ ਗੁਰੂ ਕੇ ਲੰਗਰਾਂ ਵਾਸਤੇ ਜਾਂਦਾ ਹੈ ਨਾ, ਤੋ ਜਿਹੜਾ 10 ਨੋਹਾਂ ਦੀ ਕਿਰਤ ਵਿੱਚੋਂ ਜੋ ਵੀ ਅੰਨ ਲੰਗਰਾਂ ਵਾਸਤੇ ਜਾਵੇ ਉਹ ਪ੍ਰਫੁੱਲਿਤ ਹੁੰਦਾ ਹੈ, ਉਹਦਾ ਫਲ ਬਹੁਤਾ ਵੱਡਾ ਹੁੰਦਾ ਹੈ। ਇਸ ਪ੍ਰਕਾਰ ਕਰਕੇ ਕਹਿੰਦੇ ਜ਼ਮੀਨ ਤਾਂ ਫਲ, ਜਿਹੜਾ ਬੀਜ ਬੀਜਾਂਗੇ ਉਹ ਫਲ ਦਿੰਦੀ ਹੈ, ਪਰ ਗੁਰਸਿੱਖਾਂ ਨੂੰ ਜਿਹੜਾ ਲੰਗਰ ਛਕਾਇਆ ਉਹ ਸਾਰੀ ਫਲ ਦੇਣ ਵਾਲਾ ਹੈ। ਬੀਜੈ ਬਾਜ ਨਾ ਖਾਏ। ਦੇਖੋ, ਧਰਤੀ ਦਾ ਇੱਕ ਹੋਰ ਅਸੂਲ ਹੈ, ਜੇ ਤੁਸੀਂ ਨਹੀਂ ਬੀਜੋਗੇ ਤਾਂ ਧਰਤੀ ਵਿੱਚ ਕੁਝ ਨਹੀਂ ਉਗਦਾ, ਕੁਝ ਨਹੀਂ ਮਿਲਦਾ। ਫਿਰ ਨਾ ਧਰਤ ਜਮਾਇਆ। ਹੁਣ ਧਰਤੀ ਉਹਨੂੰ ਜਮਾਉਂਦੀ ਨਹੀਂ, ਉਹਨੂੰ ਬੀਜ ਚਾਹੀਦਾ ਹੈ ਤਾਂ ਉਹ ਜਮਾਉਂਦੀ ਹੈ। ਦੂਸਰੀ ਗੱਲ, ਉਹਨੂੰ ਬੀਜ ਵੀ ਚੰਗਾ ਚਾਹੀਦਾ ਤਾਂ ਉਹ ਜਮਾਉਂਦੀ ਹੈ। ਜੇ ਬੀਜ ਮਾੜਾ ਹੋਵੇ ਤਾਂ ਉਹ ਗਾਲ ਵੀ ਦਿੰਦੀ ਹੈ ਉਹ ਬੀਜ ਨੂੰ। ਸੋ ਧਰਤੀ ਦਾ ਤਾਂ ਇਹ ਧਰਮ ਹੈ। ਗੁਰਮੁਖ ਚਿਤ ਵਿਸਾਏ। ਹੁਣ ਦੇਖੋ, ਗੁਰਮੁਖਾਂ ਦੀ ਸੇਵਾ ਕਿੰਨੀ ਵੱਡੀ ਹੈ। ਜੇ ਕਿਤੇ ਮਨ ਦੇ ਵਿੱਚ ਵੀ ਕਿਤੇ ਇੱਕ ਸੰਕਲਪ ਵੀ ਆ ਜਾਵੇ ਕਿ ਮੈਂ ਲੰਗਰ ਕਰ ਦੇਵਾਂ, ਮੈਂ ਲੰਗਰ ਕਰਿਆ ਕਰਾਂ, ਮੈਂ ਗੁਰਸਿੱਖਾਂ ਦੀ ਸੇਵਾ ਕਰਨੀ ਹੈ, ਇਹ ਇੱਕ ਖਿਆਲ ਵੀ ਮਨ ਦੇ ਵਿੱਚ ਆ ਜਾਵੇ ਕਿ ਮੈਂ ਗੁਰਸਿੱਖਾਂ ਨੂੰ ਲੰਗਰ ਕਰਨਾ ਹੈ। ਇਸੇ ਕਰਕੇ ਤਾਂ ਨਾ ਇਹ ਪ੍ਰਥਾ ਚੱਲੀ ਹੈ, 5 ਪਿਆਰਿਆਂ ਨੂੰ ਲੰਗਰ ਛਕਾਉਣਾ ਹੈ, ਸੰਗਤਾਂ ਨੂੰ ਘਰ ਲਿਆ ਕੇ ਲੰਗਰ ਛਕਾਉਣਾ। ਇਹ ਸਾਰੀ ਪ੍ਰਥਾ ਬੜੀ ਹੀ ਲਾਭਦਾਇਕ ਹੈ। ਇਹ ਜਿਹੜਾ ਗ੍ਰਸਤੀਆਂ ਵਾਸਤੇ ਤਾਂ ਬਹੁਤ ਹੀ ਜ਼ਰੂਰੀ ਹੈ। ਤੇ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਹਨ ਕਿ ਜੇ ਕਿਤੇ ਇੱਕ ਜਿਹੜਾ ਹਨ, ਦੇਖੋ ਗੁਰੂ ਦੇ ਸਿੱਖ ਦਾ ਲੰਗਰ ਛਕਾਉਣ ਵਾਸਤੇ ਜੇ ਤੁਹਾਡੇ ਮਨ ਵਿੱਚ ਇੱਕ ਸੰਕਲਪ ਵੀ ਆ ਜਾਵੇ, ਸਿਰਫ ਇੱਕ ਟੁੱਟ ਆਇਆ ਹੈ ਵੀ ਮੈਂ ਲੰਗਰ ਛਕਾਉਣਾ ਹੈ, ਤਾਂ ਉਹਦਾ ਫਲ ਸੁਣ ਲਓ। ਇੱਛ ਪੁਜਾਇਆ। ਉਹਦੀਆਂ ਸਾਰੀਆਂ ਹੀ ਇੱਛਾ ਪੂਰੀਆਂ ਹੋ ਜਾਂਦੀਆਂ ਨੇ, ਜਿਹਦੇ ਮਨ ਵਿੱਚ ਸੰਕਲਪ ਇੱਕ ਟੁੱਟ ਵੀ ਆ ਜਾਵੇ ਕਿ ਮੈਂ ਗੁਰਸਿੱਖਾਂ ਨੂੰ ਲੰਗਰ ਛਕਾਉਣਾ ਹੈ, ਗੁਰਸਿੱਖਾਂ ਦੀ ਸੇਵਾ ਕਰਨੀ। ਕਿੱਡਾ ਵੱਡਾ ਫਲ ਹੈ ਗੁਰਸਿੱਖਾਂ ਦੀ ਸੇਵਾ ਦਾ। ਸਿਰਫ ਸੇਵਾ ਦਾ ਨਹੀਂ, ਸਿਰਫ ਇੱਕ ਸੰਕਲਪ ਦਾ ਵੀ ਵੱਡਾ ਫਲ ਹੈ। ਸੋ ਇਸ ਪ੍ਰਕਾਰ ਕਰਕੇ ਗੁਰਸਿੱਖਾਂ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ। ਭਾਵੇਂ ਦੇਖੋ ਆਪਣੀਆਂ ਕਈ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਨੇ ਜੋ ਹਿਊਮੈਨਿਟੀ ਦੀ ਸੇਵਾ ਕਰਦੀਆਂ ਨੇ, ਪਰ ਉਹਨਾਂ ਨੂੰ ਇਹ ਗੱਲ ਕਿਤੇ ਨਹੀਂ ਭੁੱਲਣੀ ਚਾਹੀਦੀ, ਗੁਰਸਿੱਖਾਂ ਦੀ ਸੇਵਾ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਗੁਰਸਿੱਖਾਂ ਦੀ ਸੇਵਾ ਵਿੱਚ ਹੀ ਸਾਰੇ ਫਲ ਪ੍ਰਾਪਤ ਹੁੰਦੇ ਨੇ। ਗੁਰੂ ਬਿਲਾਸ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਬਹੁਤ ਹੀ ਫਲ ਦੱਸਿਆ ਵੀ ਗੁਰਸਿੱਖਾਂ ਦੀ ਸੇਵਾ ਕਰਨ ਦੇ ਨਾਲ
ਗੱਲਾਂ ਦੇ ਸਾਰੇ ਫਲ ਪ੍ਰਾਪਤ ਹੁੰਦੇ ਹਨ, ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਅੱਜ ਗੁਰਸਿੱਖਾਂ ਦਾ ਜਿਹੜਾ ਹੈ ਥੋੜਾ ਜਿਹਾ ਜਿਹੜਾ ਹੈ ਮਾਇਆ ਵੱਲੋਂ ਵੀ ਸਿੱਖ ਗਰੀਬ ਹੋਣ ਲੱਗ ਪਏ। ਜਿਹੜੇ ਹਨ ਗੁਰਸਿੱਖਾਂ ਦੇ ਘਰ ਵਿੱਚ ਕਲੇਸ਼ ਪੈਣ ਲੱਗ ਗਏ, ਗੁਰਸਿੱਖਾਂ ਦੇ ਘਰ ਉਜੜਨ ਲੱਗੇ। ਕਿਉਂ? ਕਿਉਂਕਿ ਆਹ ਪ੍ਰਥਾ ਪੱਜ ਛੱਡ ਦਿੱਤੀ ਹੈ ਗੁਰਸਿੱਖਾਂ ਨੂੰ ਲੰਗਰ ਛਕਾਉਣ ਦੀ। ਇਹ ਪ੍ਰਥਾ ਜਿਹੜੀ ਹੈ ਆਪਾਂ ਨੂੰ ਰੱਖਣੀ ਚਾਹੀਦੀ ਹੈ। ਸੋ ਭਾਵੇਂ ਦੁਨੀਆ ਉੱਤੇ ਮਾਰ ਮਾਰੀ, ਭਾਵੇਂ ਪਰੇ ਮਹਾਮਾਰੀ ਪਵੇ, ਭਾਵੇਂ ਕੁਝ ਵੀ ਹੋਵੇ, ਜੋ ਬਿਮਾਰੀ ਆਵੇ ਜਾਵੇ, ਕਿਤੇ ਵੀ ਲੰਗਰ ਨਹੀਂ ਹਟਾਉਣੇ ਚਾਹੀਦੇ, ਕਿਉਂਕਿ ਲੰਗਰ ਹੀ ਬਰਕਤ ਹਨ। ਉਹਨਾਂ ਨੇ ਤੁਹਾਡੇ ਜੀਵਨ ਵਿੱਚ ਬਰਕਤ ਲੈ ਕੇ ਆਉਣੀ ਹੈ, ਤੁਹਾਨੂੰ ਗਾਂ ਮਾਇਆ ਦੀ ਪ੍ਰਾਪਤੀ ਕਰਾਉਣੀ ਹੈ। ਇਸ ਕਰਕੇ ਲੰਗਰ ਹੋਣੇ ਬਹੁਤ ਜ਼ਰੂਰੀ ਹਨ। ਸੋ ਇਹ ਪ੍ਰਥਾ ਜਿਹੜੀ ਹੈ, ਇਹਦੇ ਬਾਰੇ ਭਾਈ ਗੁਰਦਾਸ ਜੀ ਨੇ ਦੇਖੋ ਕਿੰਨੀ ਕਲੀਅਰਲੀ ਆਪਾਂ ਨੂੰ ਗੱਲਾਂ ਸਮਝਾਈਆਂ ਹਨ। ਸੋ ਇਹਨਾਂ ਦੇ ਜਿਹੜੇ ਹਨ ਬਚਨ ਜਿਹੜੇ ਹਨ ਅਮੋਲਕ ਹਨ, ਤੇ ਇਹ ਤਾਂ ਜਿਹੜੇ ਹਨ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਸਨ ਭਾਈ ਗੁਰਦਾਸ ਜੀ ਨੂੰ ਕਿ ਤੁਹਾਡੀ ਬਾਣੀ ਸਾਡੀ ਬਾਣੀ ਦੇ ਬਰਾਬਰ ਹੈ। ਤੁਹਾਡੀ ਜਿਹੜੀ ਬਾਣੀ ਇਹ ਕੁੰਜੀ ਹੈ ਗੁਰਬਾਣੀ ਨੂੰ ਸਮਝਣ ਵਾਲੀ। ਦੇਖੋ ਕਿੱਡੇ ਵੱਡੇ ਵਰ ਦਿੱਤੇ ਨੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਦੀ ਇਹ ਬਾਣੀ ਨੂੰ। ਸੋ ਇਸ ਕਰਕੇ ਇਹਨਾਂ ਦਾ ਸਤਿਕਾਰ ਕਰੋ ਕਿ ਇਹਨਾਂ ਦੀਆਂ ਜਿਹੜੀਆਂ ਕਈਆਂ ਹੋਈਆਂ ਗੱਲਾਂ ਸੱਚ ਨੇ, ਇਹ ਸਿਰਫ ਗੱਲਾਂ ਹੀ ਨਹੀਂ ਹਨ, ਇਹ ਅਸਲੀਅਤ ਹੈ। ਭਾਈ ਗੁਰਦਾਸ ਨੇ ਆਪਾਂ ਨੂੰ ਕੁੰਡੀਆਂ ਦੱਸੀਆਂ ਹਨ। ਦੇਖੋ ਭਾਈ ਗੁਰਦਾਸ ਇਹੀ ਤਾਂ ਕਰਿਆ ਕਰਦੇ ਸਨ, ਸੰਗਤ ਨੂੰ ਸਮਝਾ ਦਿੰਦੇ ਸਨ ਵੀ ਗੁਰੂ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ, ਕਿਸ ਤਰ੍ਹਾਂ ਪ੍ਰਾਪਤੀ ਕਰਨੀ ਹੈ। ਦੇਖੋ ਇਹ ਜਿਹੜਾ ਹਨ ਅੱਜ ਵੀ ਭਾਈ ਗੁਰਦਾਸ ਜੀ ਆਪਾਂ ਨੂੰ ਸਮਝਾ ਰਹੇ ਨੇ, ਤੈਨੂੰ ਮਾਇਆ ਚਾਹੀਦੀ ਹੈ, ਤੇਰੇ ਘਰ 'ਚ ਮਾਇਆ ਦੀ ਥੋੜ ਹੈ, ਤੈਨੂੰ ਸੁੱਖ ਚਾਹੀਦੇ ਨੇ, ਤੂੰ ਇਹ ਕਰ। ਅੱਜ ਵੀ ਦੱਸ ਰਹੇ ਨੇ। ਸੋ ਆਪਾਂ ਨੂੰ ਇਹ ਬਚਨ ਕਮਾਉਣੇ ਚਾਹੀਦੇ ਨੇ ਜੇ ਆਪਾਂ ਸੁੱਖ ਚਾਹੁੰਦੇ ਹਾਂ। ਭਰੋਸਾ ਗੁਰੂ ਤੇ ਰੱਖਣਾ ਹੈ, ਗੁਰੂ ਸਾਰੀਆਂ ਬਰਕਤਾਂ ਨੂੰ ਦੇਣ ਵਾਲਾ ਹੈ। ਸੋ ਇਸ ਪ੍ਰਕਾਰ ਕਰਕੇ ਇੱਥੇ ਹੀ ਜਿਹੜੀਆਂ ਹਨ 14ਵੀਂ ਵਾਰ ਦੀ ਸਮਾਪਤੀ ਹੈ। ਬੀਜੈ ਬਾਜ ਨਾ ਖਾਏ, ਨਾ ਤਰਤ ਜਮਾਇਆ, ਗੁਰਮੁਖ ਚਿਤ ਵਸਾਏ, ਇਛ ਪੁਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।